ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਣਾਈ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਣਾਈ। ਚੌਗਿਰਦ ਹਮਾਰੇ ਰਾਮ ਕਾਰ, ਦੁਖ ਲਗੈ ਨ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ। ਰਾਖ ਲਿਏ ਤਿਨ ਰਖਣਹਾਰ, ਸਭ ਬਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਰਾਜਾ ਨ ਰਾਜ, ਭਾਨਾ ਨ ਭਾਨ, ਦੇਵਾ ਨ ਦੇਵ। ਉਪਮਾ ਮਹਾਨ, ਚਵਰ ਛਤਰ ਤਖਤ ਦੇ ਮਾਲਕ। ਜੁਗੋ ਜੁਗ ਅਟਲ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਅੰਦਰ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਓ। ਸੁਰਤ ਜੋੜੀਏ ਗੁਰਦੇਵ ਦੇ ਚਰਨਾਂ ਦੇ ਅੰਦਰ, ਆਪੋ ਆਪਣੇ ਹਾਜ਼ਰੀ ਲਵਾਈਏ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਜੀ ਦਾ ਬਚਨ। ਕਹਿਣ ਲੱਗੇ, ਪਿਆਰੇ ਸਿੱਖਾ, ਪਿੱਛੇ 5 ਗੁਰਾਂ ਨੂੰ ਧਿਆਇਆ ਹੈ। ਜਿਹੜਾ ਹੁਣ 6ਠਮ ਪੀਰ ਹੈ, ਬੈਠਾ ਗੁਰ ਭਾਰੀ। ਆਹ ਇਸ ਨੂੰ ਸਿਮਰ ਨਾ ਕਰ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ। ਕੱਲ ਸਾਰੀ ਹੀ ਸੰਗਤ ਨੇ ਸਰਵਣ ਕਰਿਆ। ਪ੍ਰਿਥੀ ਚੰਦ ਨੇ ਬੜੇ ਹੀ ਯਤਨ ਕੀਤੇ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ ਮਰਵਾਉਣ ਵਾਸਤੇ। ਜਦੋਂ ਆਹ ਐਸੀ ਕੋਈ ਕਰਤੂਤ ਕਰਦਾ ਹੈ ਅਤੇ ਨਾਲ ਦੀ ਨਾਲ 5ਵੇਂ ਪਾਤਸ਼ਾਹ ਇੱਕ ਸ਼ਬਦ ਉਚਾਰਦੇ ਨੇ। ਹਰੇਕ ਵਾਰ ਗੁਰੂ ਸਾਹਿਬ ਨੇ ਕਿਹਾ ਹੈ, ਜਦੋਂ ਮਾਤਾ ਗੰਗਾ ਜੀ ਕਹਿਣ ਲੱਗੇ, ਸਤਿਗੁਰੂ ਬੜੀਆਂ ਹੀ ਘਟਨਾਵਾਂ ਵਾਪਰ ਰਹੀਆਂ ਨੇ, ਤੇ ਗੁਰੂ ਸਾਹਿਬ ਨੇ ਇੱਕੋ ਹੀ ਬਚਨ ਕੀਤਾ ਸੀ। ਕਹਿਣ ਲੱਗੇ, ਦੇਖੋ ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੋਂ ਮਾਰਨਾ ਸਾਕੈ ਕੋਈ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸ਼ਰਣਾਈ। ਚੌਗਿਰਦ ਚਾਰੇ ਪਾਸੇ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੈ ਨਾ ਭਾਈ। ਦੁੱਖ ਪੋ ਨਹੀਂ ਸਕਦਾ। ਹੁਣ ਧੰਨ ਧੰਨ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ ਅੰਮ੍ਰਿਤਸਰ ਲੈ ਕੇ ਆਏ ਨੇ। ਜਦੋਂ ਇਹਨਾਂ ਨੂੰ ਅੰਮ੍ਰਿਤਸਰ ਲੈ ਕੇ ਆਏ, ਆਉਂਦੇ ਸਾਰੀ ਇਹਨਾਂ ਨੂੰ ਚੇਚਕ ਨਿਕਲ ਆਈ, ਜਿਹਨੂੰ ਆਪਾਂ ਸ਼ੀਤਲਾ ਮਾਤਾ ਸ਼ਬਦ ਵਰਤਦੇ ਹਾਂ। ਚੇਚਕ ਜਦੋਂ ਨਿਕਲੀ ਹੈ, ਅਤੇ ਦੇਖੋ ਹਜੇ ਵੀ ਸਾਡੇ ਪਿੰਡਾਂ ਨਗਰਾਂ ਦੇ ਅੰਦਰ ਆ ਭਰਮ ਬਣਿਆ ਹੋਇਆ ਹੈ ਵੀ ਆਹ ਚੇਚਕ
ਜਦੋਂ ਘਰਾਂ ਵਿੱਚ ਗੱਲਾਂ ਹੁੰਦੀਆਂ ਵੀ ਜਦੋਂ ਸੀਤਲਾ ਟੁੱਟਦੀ ਹੈ, ਜਦੋਂ ਖੁਸ਼ ਹੁੰਦੀ ਹੈ, ਉਦੋਂ ਬੰਦੇ ਨੂੰ ਚੇਚਕ ਹੋ ਜਾਂਦਾ ਹੈ। ਐਸੀ ਕੋਈ ਗੱਲ ਨਹੀਂ, ਚੇਚਕ ਇੱਕ ਬਿਮਾਰੀ ਹੈ ਜੀ। ਜਦੋਂ ਚੇਚਕ ਹੋਇਆ, ਕਈ ਵਿਦਵਾਨਾਂ ਨੇ ਇੱਥੇ ਦੇਵੀ ਪੂਜਨ ਵੀ ਦਿਖਾ ਦਿੱਤਾ ਹੈ, ਪਰ ਦੇਖਿਓ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੀ ਜੋਤ, ਉਹ ਇੱਕ ਦਰ ਨੂੰ ਛੱਡ ਕੇ ਕਦੇ ਦੂਜੇ ਦਰ ਤੇ ਨਾ ਜਾਵੇਗਾ। ਉਦੋਂ ਵੀ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ। ਉਹ ਸ਼ਬਦ ਸੀ ਗੌੜੀ ਮਹੱਲਾ ਪੰਜਵਾਂ, ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ ਰਹਾਉ, ਸੀਤਲਾ ਤੇ ਰੱਖਿਆ ਬਿਹਾਰੀ। ਜੋ ਕਹਿੰਦੇ ਵੀ ਸੀਤਲਾ ਮਾਤਾ ਟੁੱਟ ਕੇ ਆਉਂਦੀ ਹੈ, ਤੇ ਪੰਜਵੇਂ ਪਾਤਸ਼ਾਹ ਨੇ ਉੱਥੇ ਬਚਨ ਕੀਤੇ, ਸੀਤਲਾ ਤੇ ਰੱਖਿਆ ਬਿਹਾਰੀ। हे ਸੁੰਦਰ ਸਰੂਪ ਵਾਹਿਗੁਰੂ, ਤੋ ਹੀ ਸੀਤਲਾ ਕੋ ਬਚਾ ਕੇ ਰੱਖਿਆ ਹਰਗੋਬਿੰਦ ਰਾਏ ਸਾਹਿਬ ਜੀ ਨੂੰ। ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰ ਅੰਮ੍ਰਿਤ ਪੀਵੈ। ਜਦੋਂ ਕਿਤੇ ਤਾਪ ਚੜ੍ਹਦਾ ਹੈ, ਉਦੋਂ ਵੀ ਪਾਤਸ਼ਾਹ ਜੀ ਅਰਦਾਸ ਹੀ ਕਰਦੇ ਹੈ। ਜਦੋਂ ਸੀਤਲਾ ਕਹਿਣ ਲੱਗੇ ਆ ਜਿਹੜਾ ਰੋਗ ਲੱਗਿਆ ਸੀ, ਰੋਗ ਜਦੋਂ ਛੱਡ ਗਿਆ, ਉਦੋਂ ਵੀ ਸ਼ੁਕਰਾਨਾ ਕੀਤਾ। ਜਦੋਂ ਰੋਗ ਲੱਗਿਆ ਸੀ, ਉਦੋਂ ਵੀ ਸਤਿਗੁਰੂ ਨਾਨਕ ਦੇ ਅੱਗੇ ਅਰਦਾਸ ਕੀਤੀ ਸੀ, ਕਿਉਂਕਿ ਅਰਦਾਸ ਵਿੱਚ ਬੜੀ ਹੀ ਤਾਕਤ ਹੈ ਜੀ। ਹਿਰਦੇ ਵਾਲਾ ਕੋਈ ਸ਼ਬਦ ਪੜ੍ਹ ਕੇ ਤੇ ਵਾਕਈ ਸ਼ਰਧਾ ਨਾਲ ਅਰਦਾਸ ਕਰ ਦਿੱਤੀ ਜਾਵੇ, ਅਰਦਾਸ ਕਦੇ ਨੈਫਲ ਨਹੀਂ ਜਾਂਦੀ। ਜਦੋਂ ਕਿਤੇ ਤਾਪ ਚੜ੍ਹਦਾ ਹੈ, ਉਦੋਂ ਅਰਦਾਸ ਕਰਦੇ, ਜਦੋਂ ਲੈ ਜਾਂਦਾ ਹੈ ਤੇ ਉਦੋਂ ਆ ਸਤਿਗੁਰੂ ਸ਼ੁਕਰਾਨਾ ਕਰਦੇ ਆ। ਫਿਰ ਸ਼ਬਦ ਉਚਾਰਦੇ ਆ, ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਦ ਸੰਭਾਰਿਆ, ਸਾਧ ਜਨਾ ਹੋਏ ਕਿਰਪਾਲਾ, ਬਿਗਸੇ ਸਭ ਪਰਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ, ਰੂਪ ਸੂਖ ਮੰਗਲ ਕਲਿਆਣ ਵਿਚਾਰਿਆ। ਵੱਡੀ ਆਰਜਾ ਹਰ ਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ, ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ, ਸਗਲੇ ਜੀ ਸਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਹੁਣ ਧੰਨ ਧੰਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਰਾਏ ਸਾਹਿਬ ਜੀਓ ਮਹਾਰਾਜ ਜੀ ਦਾ ਨਾਮ ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਆਇਆ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਤਿਲ ਮਾਤਰ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ 10 ਗੁਰਾਂ ਦੀ ਜੋਤ ਹੈ, ਕਦੇ ਭੁੱਲੀਏ ਨਾ। ਪਰ ਜੇ ਆਪਾਂ 10 ਪਾਤਸ਼ਾਹੀਆਂ ਦੇ ਨਾਮ ਪੜ੍ਹਨੇ ਹੋਣ ਤੇ ਧੰਨ ਗੁਰੂ ਗ੍ਰੰਥ ਸਾਹਿਬ ਅੰਦਰ 6 ਪਾਤਸ਼ਾਹੀਆਂ ਦੇ ਨਾਮ ਮਿਲਦੇ ਨੇ। ਜੋਤ 10 ਪਾਤਸ਼ਾਹੀਆਂ ਦੀ ਹੈ। ਜੇ ਕਿਤੇ ਨਾਮ ਪੜ੍ਹਦੇ ਹੋਣ, ਇਹਨਾਂ ਦੇ ਨਾਮ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਕਰਨੇ ਹੋਣ ਤੇ ਉਹ 6 ਪਾਤਸ਼ਾਹੀਆਂ ਦੇ ਨਾਮ ਦੇ ਦਰਸ਼ਨ ਹੁੰਦੇ ਨੇ। ਹੁਣ ਧੰਨ ਧੰਨ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਸਮੇਂ ਪਾ ਕੇ ਉਸ ਸਮੇਂ ਦੀ ਜੋ ਵਾਰਤਾ ਵਰਤੀ, 6ਵੇਂ ਪਾਤਸ਼ਾਹ 11 ਸਾਲ ਦੇ ਤਕਰੀਬਨ ਹੋਏ ਨੇ। 11 ਸਾਲ ਦੇ ਤਕਰੀਬਨ ਹੋਏ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਇਸ ਵਿਚਾਰ ਦਾ ਹਰੇਕ ਜੀ ਨੂੰ ਪਤਾ ਹੈ। 6ਵੇਂ ਪਾਤਸ਼ਾਹ 11 ਸਾਲਾਂ ਦੇ ਨੇ। ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਤੱਤੀ ਤਵੀ ਤੇ ਸ਼ਹੀਦ ਹੁੰਦੇ ਨੇ। ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਜਾਂਦਾ ਹੈ। 11 ਸਾਲ ਦੀ ਉਮਰੇ ਹੈ ਧੰਨ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜੀ ਦੀ। ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਪਿਆਰਿਆ ਸਿਮਰ ਖਾਂ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ 11 ਸਾਲ ਦੀ ਉਮਰ ਦੇ ਵਿੱਚ ਪਿਤਾ ਤੱਤੀ ਤਵੀ ਤੇ ਸ਼ਹੀਦ ਕੀਤਾ ਜਾਂਦਾ ਹੈ। ਫਿਰ ਵੀ ਆਪਣਾ ਧੁਰਾ ਕਾਇਮ ਕਰਕੇ ਅੱਗੇ ਸਿੱਖੀ ਵੱਲ ਵਧਦੇ ਨੇ। ਕਿਸੇ ਦਾ ਭਾਣਾ ਵਾਪਰ ਜਾ, ਅਗਲੇ ਦਾ ਧੁਰਾ ਹੀ ਡਿੱਗ ਪੈਂਦਾ ਹੈ। ਕਹਿਣ ਲੱਗੇ, ਧਿਆ ਖਾਂ ਸਿਮਰ ਖਾਂ 6ਵੇਂ ਪਾਤਸ਼ਾਹ
ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ ਤੂੰ ਵੀ ਧੁਰਾ ਤੇਰੇ ਅੰਦਰੋਂ ਕਾਇਮ ਹੋ ਜਾਵੇ। ਵੀ ਪਿਆਰਿਆ, ਭਾਣਾ ਜਦੋਂ ਵਾਪਰਦਾ ਹੈ, ਇਹ ਗੱਲ ਹੈ, ਭਾਣਾ ਜਿਹੜਾ ਹੈ ਇਹ ਜੀ ਜਦੋਂ ਘਰੇ ਗੱਲ ਵਾਪਰਦੀ ਹੈ, ਇਹੋ ਜਿਹਾ ਜਦੋਂ ਭਾਣਾ ਵਾਪਰਦਾ ਹੈ, ਜਾਂ ਬੰਦਾ ਸੰਸਾਰ ਤੋਂ ਜਾਣੂ ਹੋ ਜਾਂਦਾ ਹੈ ਜਾਂ ਅੰਦਰੋਂ ਟੁੱਟ ਜਾਂਦਾ ਹੈ। ਇੱਕ ਗੱਲ ਹੁੰਦੀ ਹੈ। ਧੰਨ ਧੰਨ ਛੇਵੇਂ ਪਾਤਸ਼ਾਹ ਜਦੋਂ ਆਪ ਗੱਦੀ ਤੇ ਵਿਰਾਜਮਾਨ ਕੀਤੇ ਗਏ, ਹੁਣ ਆਪਾਂ ਨੂੰ ਪਤਾ ਹੈ ਵੀ ਮੀਰੀ ਅਤੇ ਪੀਰੀ ਦੋ ਕਿਰਪਾਨਾਂ ਸਤਿਗੁਰਾਂ ਨੇ ਪਾਈਆਂ ਨੇ। ਹੁਣ ਆਪਾਂ ਅਗਲੇ ਸ਼ਬਦਾਂ ਵਿੱਚ ਆ ਵੀ ਵਾਚਾਂਗੇ ਵੀ ਦੋ ਕਿਰਪਾਨਾਂ ਕਿਉਂ, ਕਿਰਪਾਨ ਦੀ ਕੀ ਲੋੜ ਪੈ ਗਈ, ਵੀ ਬਿਨਾਂ ਕਿਰਪਾਨ ਤੋਂ ਵੀ ਰਹਿ ਸਕਦੇ ਸੀ। ਹੁਣ ਜਦੋਂ ਗੁਰੂ ਸਾਹਿਬ ਨੇ ਹੁਕਮਨਾਮੇ ਭੇਜੇ ਨੇ, ਵਿਰਾਜ ਹੋਏ, ਜਦੋਂ ਹੁਕਮਨਾਮੇ ਭੇਜੇ ਤੇ ਸਤਿਗੁਰਾਂ ਨੇ ਇੱਥੇ ਬਚਨ ਕੀਤਾ ਸੀ, ਕਹਿਣ ਲੱਗੇ ਗੁਰੂ ਨਾਨਕ ਦੇ ਦਰ ਤੇ ਹੁਣ ਤੱਕ ਚੜਾਵਾ ਚੜ੍ਹਦਾ ਰਿਹਾ ਹੈ ਅਨੇਕ ਪ੍ਰਕਾਰ ਦਾ, ਪਰ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਕਹਿਣ ਲੱਗੇ ਸਿੱਖੋ ਅੱਜ ਤੋਂ ਬਾਅਦ ਸੋਹਣੇ ਤੇ ਸੋਹਣੇ ਸ਼ਸਤਰ ਜਿੰਨੇ ਹੋ ਸਕਣ ਉਹ ਜੇ ਸ਼ਸਤਰ ਲੈ ਕੇ ਆਇਆ ਕਰੋ। ਸੋਹਣੇ ਸੋਹਣੇ ਘੋੜਿਆਂ ਦੀ ਨਸਲਾਂ ਦੇ ਘੋੜੇ ਲੈ ਕੇ ਆਇਆ ਕਰੋ ਤੇ ਨੌਜਵਾਨ ਖੜੇ ਹੋ ਕੇ ਇਸ ਦਰ ਤੇ ਵੱਧ ਤੋਂ ਵੱਧ ਸਰੀਰ ਮਨ ਸਮੇਤ ਸੀਸ ਦੀ ਭੇਟਾ ਦਿਆ ਕਰੋ। ਗੁਰਦੇਵ ਆ ਕਿਉਂ, ਅਤੇ ਤੁਸੀਂ ਕਿਉਂ ਦੋ ਕਿਰਪਾਨਾਂ ਪਾਈਆਂ ਨੇ ਮੀਰੀ ਅਤੇ ਪੀਰੀ ਦੀਆਂ? ਇੱਕ ਧਿਆਨ ਦਿਓ, ਬਾਬਾ ਬੁੱਢਾ ਜੀ ਨੇ, ਬਾਬਾ ਬੁੱਢਾ ਸਾਹਿਬ ਨੇ ਧੰਨ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ ਸ਼ਸਤਰ ਵਿਦਿਆ ਵੀ ਸਿਖਾਈ ਹੈ, ਅਤੇ ਜੋ ਵਿਦਿਆ ਗੁਰਬਾਣੀ ਹੈ ਧੰਨ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ ਬਾਬਾ ਬੁੱਢਾ ਜੀ ਨੇ ਸਿਖਾਈ ਹੈ। ਕਿਉਂਕਿ 6 ਮਹਿਲਾਂ ਤੱਕ ਇਹਨਾਂ ਨੇ ਦਰਸ ਨਿਹਾਰਿਆ ਹੈ, 6 ਪਾਤਸ਼ਾਹੀਆਂ ਤੱਕ ਇਹਨਾਂ ਨੇ ਦਰਸ਼ਨ ਕੀਤੇ ਨੇ। ਹੁਣ ਮੀਰੀ ਦੀ ਸਮਝ ਤਾਂ ਪੈਂਦੀ ਹੈ, ਜੋ ਮੀਰੀ ਦੀ ਕਿਰਪਾਨ ਹੈ, ਮੀਰੀ ਦੀ ਕਿਰਪਾਨ ਜੋ ਆਪਾਂ ਅੰਮ੍ਰਿਤਧਾਰੀ ਸਭ ਜਦੋਂ ਪਾਉਂਦੇ ਹਾਂ ਜਾਂ ਦਰਸ਼ਨ ਕਰਦੇ ਹਾਂ ਅਗਲੇ ਦੇ, ਆ ਮੀਰੀ ਦੀ ਕਿਰਪਾਨ ਪਾ ਕੇ ਰੱਖੀ ਹੈ। ਹੁਣ ਪੀਰੀ ਦੀ ਕਿਰਪਾਨ ਦਾ ਕੀ ਰਾਜ਼ ਹੈ? ਗੁਰੂ ਸਾਹਿਬ ਦੋ ਕਿਉਂ? ਹੁਣ ਜਦੋਂ ਆਪਾਂ ਇਹਦਾ ਵੀ ਜਿਹੜਾ ਸਵਾਲ ਦਾ ਜਵਾਬ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਅੰਦਰ ਹੀ ਮਿਲਦਾ ਹੈ ਜੀ। ਹੁਣ ਮੀਰੀ ਤਾਂ ਹੋ ਗਈ ਸਿੱਧੀ ਹੋਈ ਕਿਰਪਾਨ ਸ਼੍ਰੀ ਸਾਹਿਬ, ਅਤੇ ਪੀਰੀ ਕਿਉਂ? ਤੇ ਉਹ ਕਹਿਣ ਲੱਗੇ ਸਿੱਖਿਆ ਧਿਆਨ ਮਾਰਖਾ ਜਦੋਂ ਗੁਰਬਾਣੀ ਪੜ੍ਹਦਾ ਹੈ ਉਦੋਂ ਸ਼ਬਦ ਆਉਂਦਾ ਹੈ ਆਨੰਦ ਸਾਹਿਬ ਅੰਦਰ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਕਹਿਣ ਲੱਗੇ ਪੀਰੀ ਦਾ ਜਿਹੜਾ ਹੈ ਅਰਥ ਉਹ ਹੈ ਫਕੀਰੀ। ਫਕੀਰੀ ਦੀ ਤਲਵਾਰ ਜੋ ਪੀਰੀ ਦੀ ਪਾਈ ਹੈ ਉਹ ਗੁਰੂ ਗ੍ਰੰਥ ਸਾਹਿਬ ਅੰਦਰ ਆਨੰਦ ਸਾਹਿਬ ਅੰਦਰ ਆਇਆ। ਪਿਆਰਿਆ, ਇਸ ਰਾਤ ਤੇ ਤਲਣਾ ਖੰਡੇ ਤੋਂ ਵੀ ਤਿਖਾਰਾ ਹੈ, ਵਾਲ ਤੋਂ ਵੀ ਨਿਕਾਰਾ ਹੈ। ਇਸ ਪੌੜੀ ਤੇ ਜਦੋਂ ਚੱਲੇਗਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਅਤੇ ਇਸ ਰਾਹ ਦਾ, ਇਸ ਪੀਰੀ ਦਾ ਜ਼ਿਕਰ ਬਾਬਾ ਫਰੀਦ ਜੀ ਨੇ ਕੀਤਾ ਹੈ। ਉਹ ਸ਼ਬਦ ਕੀ ਹੈ? ਉਹ ਹੈ ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੈਣੀ। ਖੰਨਿਓ ਖੰਡੇ ਨਾਲੋਂ ਵੀ ਤਿੱਖੀ, ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਇਸ ਦਾ। ਫਕੀਰੀ ਜਿਹੜੀ ਕਮਾਉਣੀ ਹੈ, ਕਹਿਣ ਲੱਗੇ ਪਿਆਰਿਓ ਖੰਡੇ ਤੋਂ ਵੀ ਤਿੱਖੀ ਹੈ। ਜਿਹੜੀ ਮੀਰੀ ਦੀ ਕਿਰਪਾਨ ਪਾ ਲਈ, ਪੀਰੀ ਦੀ ਕਿਰਪਾਨ, ਆ ਸਾਰਾ ਤਾਲੁਕਾਤ ਇਹਦਾ ਫਕੀਰੀ ਦੀ ਨਾਲ ਹੈ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੈਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਧੰਨ ਧੰਨ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜਦੋਂ ਹੁਣ ਹੁਕਮਨਾਮੇ ਇਹਨਾਂ ਦੇ ਹੋਰ ਨਗਰਾਂ ਵਿੱਚ ਜਾਂਦੇ ਹੈ, ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਨੇ। ਹੁਣ ਦੇਖਿਓ, ਜਿਹਦਾ ਪਿਤਾ, ਜਿਹਦਾ ਪੁੱਤਰ 11 ਸਾਲ ਦਾ ਹੈ, ਜਿਸ ਦੇ ਪਿਤਾ ਨੂੰ
ਗੁਰੂ ਸਾਹਿਬਾਨਾਂ ਨੂੰ ਤੱਤੀ ਤਵੀ ਤੇ ਸ਼ਹੀਦ ਕੀਤਾ ਜਾਂਦਾ ਹੈ। ਪੁੱਛ ਕੇ ਦੇਖੋ ਦੇ ਮਨ ਨਾਲ ਕੀ ਬੀਤਦੀ ਹੈ। ਹੁਣ ਜਦੋਂ ਬਾਬਾ ਬਿਧੀ ਚੰਦ ਦੀ ਅਗਵਾਈ ਦੇ ਵਿੱਚ ਇੱਕ ਨਗਰ ਹੈ ਜੀ ਸੁਰ ਸਿੰਘ। ਹੁਣ ਇਸ ਪਿੰਡ ਦੇ ਵਿੱਚੋਂ 500 ਨੌਜਵਾਨ ਆਇਆ ਹੈ ਬਾਬਾ ਬਿਧੀ ਚੰਦ ਦੀ ਅਗਵਾਈ ਦੇ ਵਿੱਚ। ਇਹਨਾਂ ਦੇ ਸਾਹਮਣੇ ਹੁਕਮਨਾਮੇ ਜਦੋਂ ਗਏ 500 ਸਿੱਖ ਨੌਜਵਾਨ ਉੱਤੋਂ ਖੜਾ ਹੋ ਕੇ ਆਇਆ ਹੈ। ਇੱਥੇ ਤੱਕ ਬਸ ਨਹੀਂ, ਇਸ ਨਗਰ ਦੇ ਵਿੱਚੋਂ 2 ਢਾਡੀ ਵੀ ਆਏ ਨੇ। ਉਹਨਾਂ ਢਾਡੀਆਂ ਦਾ ਨਾਮ ਸੀ ਨੱਥਾ ਤੇ ਅਬਦੁੱਲਾ। ਆ ਦੋਨੇ ਹੀ ਆਏ ਨੇ। ਹੁਣ ਇੱਕ ਖਿੰਦ ਲਈ ਮੈਂ ਇਸ ਵਿਚਾਰ ਤੋਂ ਬਾਹਰ ਜਾ ਕੇ ਇੱਕ ਹੋਰ ਨਾਲ ਦੀ ਨਾਲ ਬੇਨਤੀ ਕਰਦੇ ਹਾਂ। ਇਸ ਨਗਰ ਦੇ ਵਿੱਚੋਂ ਹੀ ਸੀ ਮਿਸਤਰੀ ਦੇਸ਼ ਰਾਮ ਜੀ। ਹੁਣ ਜਿਹੜੀ ਆ ਵਿਚਾਰ ਹੈ ਪਿੱਛੇ ਨੱਥਾ ਤੇ ਅਬਦੁੱਲਾ ਅਤੇ 500 ਸਿੱਖ 500 ਨੌਜਵਾਨ ਗੁਰੂ ਦੇ ਚਰਨਾਂ ਵਿੱਚ ਆਇਆ ਸੀ। ਇੱਥੋਂ ਤੱਕ ਤਾਂ ਵਿਚਾਰ ਹੈ। ਇਸ ਵਿਚਾਰ ਦੀ ਜਿਹੜੀ ਅਗਲੇ ਜੋ ਪਦੇ ਨੇ ਉਹ ਆਪਾਂ ਕੱਲ ਨੂੰ ਸਾਂਝੇ ਕਰਾਂਗੇ, ਜੋ ਹੈ ਅੱਜ ਦੀ ਵਿਚਾਰ ਸਮਝਣ ਵਾਸਤੇ। ਇਸ ਪਿੰਡ ਦਾ ਹੀ ਸੀ ਮਿਸਤਰੀ ਦੇਸ਼ ਰਾਮ ਜੀ। ਮਿਸਤਰੀ ਦੇਸ਼ ਰਾਮ ਉਹ ਹੈ ਜਦੋਂ ਅਬਦਾਲੀ ਨੇ ਹਮਲਾ ਕਰਵਾਇਆ ਸੀ ਹਰਿਮੰਦਰ ਸਾਹਿਬ ਤੇ। ਧਿਆਨ ਦਿਓ, ਹੁਣ ਮੈਂ ਅੱਗੇ ਸਦੀ ਅੱਗੇ ਆ ਗਏ ਹਾਂ, ਕਈ ਸਦੀਆਂ। ਹੁਣ ਧਿਆਨ ਕੀ ਦੇਣਾ, ਇਸ ਪਿੰਡ ਵਿੱਚੋਂ ਹੀ ਹੈ ਮਿਸਤਰੀ ਦੇਸ਼ ਰਾਮ। ਜਦੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਕੇ ਅਬਦਾਲੀ ਜਾਣ ਲੱਗਿਆ ਤੇ ਅਬਦਾਲੀ ਨੂੰ ਹਰਿਮੰਦਰ ਸਾਹਿਬ ਦੀ ਇੱਟ ਵੱਜੀ ਸੀ ਨੱਕ ਤੇ, ਜੋ ਜ਼ਖਮ ਹੋ ਗਿਆ ਸੀ। ਉਸ ਜ਼ਖਮ ਦੇ ਨਾਲ ਹੀ ਉਸ ਅਬਦਾਲੀ ਦੀ ਮੌਤ ਹੋਈ ਸੀ ਜੀ। ਅਤੇ ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਹਨਾਂ ਨੇ ਹਰਿਮੰਦਰ ਸਾਹਿਬ ਦੀ ਜਦੋਂ ਨਿਉ ਰੱਖਣ ਲੱਗੇ ਅਤੇ ਉਹ ਤੇ ਉਹ ਕਈ ਸੱਜਣਾ ਨੇ ਕਿਹਾ ਸੀ, ਕਹਿਣ ਲੱਗੇ ਸਰਦਾਰ ਜੀ ਇੰਜ ਕਰੋ ਵੀ ਆ ਨਿਉ ਆਪਾਂ ਬਾਅਦ ਚ ਰੱਖ ਲਾਂਗੇ, ਹਰਿਮੰਦਰ ਸਾਹਿਬ ਦੀ ਉਸਾਰੀ ਆਪਾਂ ਬਾਅਦ ਚ ਕਰਵਾ ਲਾਂਗੇ। ਹੁਣ ਦੇਖਿਓ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਬਹੁਤ ਸਮਾਂ ਅੱਗੇ ਦੇ ਵਿਚਾਰ ਮੈਂ ਆਪ ਜੀ ਨੂੰ ਸਾਂਝੀ ਪਿਆ ਕਰਦਾ, ਕਿਉਂਕਿ ਉਸ ਪਿੰਡ ਦਾ ਜ਼ਿਕਰ ਆ ਗਿਆ। ਉਸ ਪਿੰਡ ਦੇ ਜ਼ਿਕਰ ਤੇ ਫਿਰ ਬੇਨਤੀ ਨਾਲ ਦੇ ਨਾਲ ਕਰਨੀ ਪਈ ਵੀ ਆ ਕਈ ਸਿੱਖ ਭਾਵਨਾ ਵਾਲੇ ਇਸ ਸਮੇਂ ਦੇ ਵਿੱਚ ਵੀ ਆਏ ਸੀ ਜੀ। ਜੱਸਾ ਸਿੰਘ ਆਹਲੂਵਾਲੀਆ ਦਾ ਸਮਾਂ ਸੀ ਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਕਹਿੰਦੇ ਸਰਦਾਰ ਜੀ ਇੱਕ ਵਾਰੀ ਆਪਾਂ ਇਹਨਾਂ ਨਾਲ ਨਿਪਟ ਲਈਏ, ਉਸ ਤੋਂ ਬਾਅਦ ਆਪਾਂ ਹਰਿਮੰਦਰ ਦੀ ਨਿਉ ਰੱਖ ਲਾਂਗੇ। ਤੇ ਸਰਦਾਰ ਜੀ ਬੋਲੇ ਕਿ ਨਾ ਸਿੱਖੋ, ਹਰਿਮੰਦਰ ਸਾਹਿਬ ਸਿੱਖ ਦਾ ਧੁਰਾ ਹੈ। ਸਰੀਰ ਸਾਰਾ ਹੀ ਕਾਇਮ ਹੋਵੇ, ਸਰੀਰ ਦੇ ਅੰਦਰ ਦਿਲ ਦੇ ਅੰਦਰ ਧੜਕਣ ਹੀ ਨਾ ਹੋਵੇ। ਕਹਿਣ ਲੱਗੇ ਸਰੀਰ ਕਿਸ ਕੰਮ ਦਾ, ਹਰਿਮੰਦਰ ਸਾਹਿਬ ਦਾ ਧੁਰਾ ਹੈ, ਰੂਹਾਨੀਅਤ ਤਾਂ ਸਾਰੀ ਉੱਥੋਂ ਹੀ ਆਉਣੀ ਹੈ। ਜਦੋਂ ਹੁਣ ਵਾਕਈ ਕਮਾਲ ਦੇ ਨੇ ਤੇਰੇ ਪਿਆਰੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਇਹਨਾਂ ਨੇ ਉਦੋਂ ਇੱਕ ਚਾਦਰ ਤੇ 14 ਲੱਖ ਰੁਪਈਆ ਇਕੱਠਾ ਕੀਤਾ ਸੀ। ਅਤੇ ਜਿਹੜਾ ਇਸ ਨਗਰ ਦਾ ਸੀ, ਜਿਹੜਾ ਨਗਰ ਮੈਂ ਪਿੱਛੇ ਨਾਮ ਲੈ ਚੁੱਕਿਆ ਹਾਂ, ਸੁਰ ਸਿੰਘ ਪਿੰਡ ਦਾ, ਸੁਰ ਸਿੰਘ ਪਿੰਡ ਦਾ ਜੋ ਹੈ ਮਿਸਤਰੀ ਦੇਸ਼ ਰਾਮ ਜੀ, ਅਤੇ ਇਸ ਨੂੰ ਬੁਲਾਇਆ ਗਿਆ ਅਤੇ ਇਸ ਨੂੰ ਮੋਹਰ ਦਿੱਤੀ ਗਈ। ਇੱਕ ਇਸ ਨੂੰ ਮੋਹਰ ਦਿੱਤੀ ਅਤੇ ਇਸ ਨੂੰ ਕਿਹਾ ਗਿਆ ਦੇਸ਼ ਰਾਮ ਜੀ ਤੁਸੀਂ ਜਿੰਨੀ ਵੀ ਤੁਹਾਨੂੰ ਮਾਇਆ ਦੀ ਲੋੜ ਹੋਵੇ ਹਰਿਮੰਦਰ ਸਾਹਿਬ ਦੀ ਸੇਵਾ ਵਾਸਤੇ, ਤੁਹਾਨੂੰ ਜਿੰਨੀ ਵੀ ਮਾਇਆ ਦੀ ਲੋੜ ਹੋਵੇ ਲਿਖ ਕੇ ਉੱਤੇ ਮੋਹਰ ਲਾ ਕੇ ਕਿਸੇ ਵੀ ਸਰਦਾਰ ਮਿਸਰ ਨੂੰ ਦੋਗੇ, ਉਨੀ ਦੀ ਉਨੀ ਮਾਇਆ ਤੁਹਾਡੇ ਕੋਲ ਆਊਗੀ, ਆਈ ਵੀ। ਹੁਣ ਜਦੋਂ ਜਿਹੜਾ 14 ਲੱਖ ਰੁਪਈਆ ਇੱਕ ਚਾਦਰ ਤੇ ਇਕੱਠਾ ਹੋਇਆ ਸੀ, ਉਹ ਸਰਦਾਰ ਨੇ ਹੁਣ ਇਸ ਮਿਸਤਰੀ ਸਿੰਘ ਇਹਨਾਂ ਨੂੰ ਸਪੁਰਦ ਕਰ ਦਿੱਤਾ ਹੈ, ਸੰਭਲਾ ਦਿੱਤਾ। ਹੁਣ ਦੇਖਿਓ ਅੱਜ ਜਦੋਂ ਲਿਖਦੇ ਨੇ ਇੰਨੀ ਮਾਇਆ ਦੀ ਲੋੜ ਹੈ, ਦੇਸ਼ ਰਾਮ ਜੀ ਉੱਤੇ ਮੋਹਰ ਲਾਉਂਦੇ ਨੇ। ਵਾਕਈ ਧਨ ਦੇ ਕਮਾਲ ਦੇ ਸਿੱਖ ਨੇ, ਜਦੋਂ ਵੀ ਲੋੜ ਪਈ ਸੀਸ ਵੀ ਦਿੱਤਾ ਹੈ ਤੇ ਮਾਇਆ ਵੱਲੋਂ ਵੀ ਪਰਵਾਹ ਨਹੀਂ ਕੀਤੀ। ਹੁਣ ਮਿਸਤਰੀ ਦੇਸ਼ ਰਾਮ ਦੇ ਇੱਕ ਇਹਦੀ ਬੇਟੀ ਹੈ, ਇੱਕ ਪਤਨੀ।
ਇਹਦੇ ਘਰੇ ਹੀਰੇ ਜ਼ਵਾਰਾਤ ਲਾਲਾਂ ਦੀ ਮਾਇਆ ਦੀ ਸੋਨੇ ਦੀ ਕੋਈ ਕਮੀ ਨਹੀਂ, ਕਿ ਮਿਸਲਾਂ ਦਾ ਧਨ ਬੜਾ ਆ ਰਿਹਾ ਇਹਦੇ ਘਰੇ। ਬਹੁਤ ਧਨ ਆਇਆ, ਟਰੰਕਾਂ ਬੱਧੋ ਭਰੀਆਂ ਪਈਆਂ ਨੇ, ਸੰਦੂਕਾਂ ਭਰੀਆਂ ਪਈਆਂ ਨੇ, ਘਰ ਇਹਦਾ ਧਨ ਨਾਲ ਲਦਾ ਲੱਦ ਹੋਇਆ ਪਿਆ। ਪਰ ਤੱਕੋ ਖਾਜਰਾ ਭਾਵਨਾ, ਇਸ ਦੀ ਭਾਵਨਾ ਹੁਣ ਕੀ ਹੈ? ਆਹ ਤਾਂ ਹਰਿਮੰਦਰ ਸਾਹਿਬ ਦੀ ਸੇਵਾ ਕਰਾਉਂਦਾ ਹੈ, ਅਤੇ ਇਹਦੀ ਬੇਟੀ ਅਤੇ ਇਹਦੀ ਪਤਨੀ ਲੋਕਾਂ ਦੇ ਘਰਾਂ 'ਚ ਜਾ ਕੇ ਚੱਕੀ ਪੀਟ ਕੇ ਤੇ ਆਪਣਾ ਗੁਜ਼ਾਰਾ ਕਰਦੇ ਨੇ। ਇਮਾਨਦਾਰੀ ਵਰਤੀ ਹੈ ਤੇ ਕਹਿਣ ਵਾਲੇ ਕਿਆ ਹੀ ਹੋਣਾ ਵੀ ਤੇਰੇ ਘਰੇ ਨਾ ਧਨ ਭਰਿਆ ਪਿਆ ਹੈ ਵੀ ਇਹਦੇ 'ਚੋਂ ਵਰਤ ਲੈ। ਵਾਕਈ ਇਮਾਨਦਾਰੀ ਧਨ ਸਾਹਿਬ ਤੁਸੀਂ, ਤੁਹਾਡੀ ਸਿੱਖਾਂ ਦੀ ਵੀ ਧਨ ਇਮਾਨਦਾਰੀ ਹੈ। ਚੱਕੀ ਪੀਟ ਕੇ ਅਤੇ ਮਾਵਾਂ ਧੀਆਂ ਅਤੇ ਮਿਸਤਰੀ ਦੇਸ਼ ਰਾਮ ਜੀ ਆਪਣਾ ਗੁਜ਼ਾਰਾ ਕਰਦੇ ਨੇ। ਹਰਿਮੰਦਰ ਸਾਹਿਬ ਵਾਸਤੇ ਜਿਹੜਾ ਵੀ ਧਨ ਇਕੱਠਾ ਹੋਇਆ, ਇੱਕ ਤਿਲ ਮਾਤਰ ਵੀ ਇਹਨਾਂ ਨੇ ਉੱਥੋਂ ਨਹੀਂ ਲਿਆ। ਤੇ ਕਹਿਣ ਵਾਲਿਆਂ ਤੇ ਆਖੇ ਹੀ ਹੋਣਾ। ਹੁਣ ਵਾਪਸ ਉਸ ਵਿਚਾਰ ਤੇ ਆ ਜਾਈਏ। ਧੰਨ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਹੁਣ ਇਹਨਾਂ ਦੇ ਵੇਲੇ ਇਸੇ ਪਿੰਡ ਚੋਂ ਹੀ, ਕਿਉਂਕਿ ਆਹ ਵਿਚਾਰ ਜਿਹੜੀ ਹੁਣ ਕਰਕੇ ਹਟੇ ਆ ਬਾਅਦ ਦੀ ਹੈ, ਅਤੇ ਜਿਹੜੀ ਹੁਣ ਥੋੜੀ ਜਿਹੀ ਆਪਾਂ ਕਰਨੀ ਹੈ ਆਹ 6ਵੇਂ ਪਾਤਸ਼ਾਹ ਵੇਲੇ ਦੀ ਹੈ, ਕਿਉਂਕਿ ਦੋਨੇ ਪੱਖ ਮੈਂ ਆਪ ਜੀ ਦੇ ਸਾਹਮਣੇ ਰੱਖ ਦਿੱਤੇ ਨੇ। ਹੁਣ ਜਦੋਂ ਇਸ ਸਮੇਂ ਦੇ ਵਿੱਚ ਨੱਥਾ ਤੇ ਅਬਦੁੱਲਾ ਆਹ ਦੋਨੇ ਢਾਡੀ ਹਰਗੋਬਿੰਦ ਰਾਏ ਸਾਹਿਬ ਜੀ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਨੇ, ਅਤੇ 500 ਨੌਜਵਾਨ ਆਉਂਦਾ ਹੈ ਪਿੰਡ ਸੁਰ ਸਿੰਘ ਤੋਂ, ਅਤੇ ਬੇਨਤੀਆਂ ਕੀ ਕਰਦੇ ਨੇ? 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਆ ਜਵਾਨੀ ਤੇਰੇ ਲੇਖੇ ਹੈ, ਆਸੀਸ ਤੇਰੇ ਲੇਖੇ ਹੈ। ਗੁਰਬਾਣੀ ਵਿੱਚ ਆਉਂਦਾ ਹੈ, ਇਹ ਮਿੱਥਿਆ ਕਾਚੀ ਗਗਰੀ, ਇਹ ਸਰੀਰ ਇੱਕ ਕੱਚਾ ਤੋੜਾ ਹੈ, ਕੱਚਾ ਘੜਾ ਹੈ। ਤੇ ਉਹਨੇ 500 ਨੌਜਵਾਨਾਂ ਨੇ ਬੇਨਤੀ ਕੀਤੀ ਸੀ, ਮੀਰੀ ਪੀਰੀ ਦੇ ਮਾਲਕ, ਜਿਹੜਾ ਆ ਘੜਾ ਹੈ ਤੇਰੇ ਹਵਾਲਾ ਹੈ, ਜਿੱਥੇ ਤੇਰਾ ਹੁਕਮ ਹੋਵੇ ਉੱਥੇ ਇਸ ਘੜੇ ਨੂੰ ਭੰਨ ਦੇਈਂ। ਦੇਖੋ ਉਹਨਾਂ ਸਿੱਖਾਂ ਦੀ ਰੂਹਾਨੀਅਤ। 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹੈ, ਆ ਕੱਚਾ ਘੜਾ, ਅੱਜ ਆ ਕੱਚਾ ਘੜਾ ਤੇਰੇ ਚਰਨਾਂ ਤੇ ਅਸੀਂ ਭੇਟ ਕਰਦੇ ਹਾਂ। ਜਦੋਂ ਲੋੜ ਪਵੇ ਇਸ ਕੱਚੇ ਭੜੇ ਕੰਨੇ ਨੂੰ ਭੜਨ ਵਾਸਤੇ ਕਹਿਣ ਲੱਗੇ, ਉਦੋਂ ਇਸ ਕੱਚੇ ਘੜੇ ਨੂੰ ਤੂੰ ਭੰਨ ਸਕਦਾ ਹੈ। ਤੇ ਗੁਰੂ ਸਾਹਿਬ ਹੁਕਮਨਾਮੇ ਸੀ ਹੋਈ ਹੋ, ਜੋ ਸ਼ਸਤਰ ਵਿਦਿਆ, ਜੋ ਗਿਆਨ ਵਿਦਿਆ, ਜੋ ਘੋੜਿਆਂ ਦਾ ਕਿਹਾ ਗੁਰੂ ਸਾਹਿਬ ਨੇ, ਵੱਧ ਤੋਂ ਵੱਧ ਘੋੜੇ ਵੀ ਲਿਆਓ ਇੱਥੇ। ਹੁਣ ਮੀਰੀ ਪੀਰੀ ਦਾ ਜਿਹੜਾ ਪੂਰਾ ਜ਼ਿਕਰ ਹੈ ਆਪਾਂ ਅੰਮ੍ਰਿਤ ਵੇਲੇ ਫੇਰ ਗੁਰੂ ਸਾਹਿਬ ਦੇ ਚਰਨਾਂ ਦੀ ਓਟ ਲੈ ਕੇ ਕਰਾਂਗੇ। ਮੀਰੀ ਪੀਰੀ ਕਿਉਂ, ਦੋ ਕਿਰਪਾਨਾਂ ਕਿਉਂ, ਇਸ ਦਾ ਰਾਜ਼ ਕੀ ਲੋੜ ਪੈ ਗਈ। ਇੰਨੀਆਂ ਕੁ ਬੇਨਤੀਆਂ ਜੀ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।